यूपी ਦੇ ਵਿੱਚ ਬੀਜੇਪੀ ਦੀ ਸਰਕਾਰ ਹੈ बिल्कुल जी ਤੇ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਮੇਰੇ ਖਿਆਲ ਦੇ ਵਿੱਚ ਇਹ ਘਟਨਾ ਜਿਹੜੀ ਹੈ ਇਹ ਵੀ ਯੂਪੀ ਦੀ ਹੈ यूपी दी है जी। ਤੇ ਇਹਨਾਂ ਘਟਨਾਵਾਂ ਦੇ ਉੱਪਰ ਸੁਣਵਾਈ ਮੇਰੇ ਖਿਆਲ ਸੈਂਟਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਹੋ ਜਾਣੀ ਚਾਹੀਦੀ ਸੀ। ਸੁਪਰੀਮ ਕੋਰਟ ਨੇ ਇੱਕ ਜਾਰੀ ਕੀਤਾ ਸੀ ਹੁਕਮ ਜੀ ਉਹਦਾ ਤਕਰੀਬਨ ਸਾਰੀਆਂ ਸਟੇਟਾਂ 'ਚ ਸਵਾਗਤ ਹੋਇਆ ਵੀ ਜੇ ਕਿਸੇ ਬੱਚੀ ਨਾਲ ਕੋਈ ਬੰਦਾ ਅਜਿਹੀ ਗੰਦੀ ਹਰਕਤ ਕਰਦਾ ਹੈ ਤੇ ਬੱਚੀ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਤੇ ਉਹ ਬੱਚੀ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣੀ। ਜਿਵੇਂ ਆ ਖੇਤੀ ਦੇ ਖਿਲਾਫ ਆਰਡੀਨੈਂਸ ਲੈ ਕੇ ਆਈ ਹੈ, ਇੱਕ ਇਹੋ ਜਿਹਾ ਆਰਡੀਨੈਂਸ ਲੈ ਆਏ ਵੀ ਜੇ ਕਿਸੇ ਦੀ ਧੀ ਭੈਣ ਨਾਲ ਇਹੋ ਜਿਹਾ ਗੰਦੀ ਹਰਕਤ ਹੁੰਦੀ ਹੈ ਤਾਂ ਉਹਦੇ ਪਿਓ ਜਾਂ ਭਰਾ ਨੂੰ ਸਜ਼ਾ ਮਾਫ ਹੈ, ਉਹ ਬਲਾਤਕਾਰੀਆਂ ਨੂੰ ਤੁਰੰਤ ਮੌਕੇ ਤੇ ਸਜ਼ਾ ਦੇ ਕੇ ਮਾਰ ਸਕਦਾ। ਜਿਹੜੀ ਬੈਕਵਰਡ ਸਟੇਟਸ ਨੇ, यूपी ਹੈ, ਮੱਧ ਪ੍ਰਦੇਸ਼ ਹੈ, ਹੋਰ ਨੇ, ਇਹ ਲੋਕ ਇਸ ਚੀਜ਼ ਦਾ ਫਾਇਦਾ ਚੱਕਦੇ ਆ। ਜਿਹੜੇ ਇਹਨਾਂ ਦੇ ਨਾਬਾਲਗ ਬੱਚੇ ਆ, ਐਜੂਕੇਸ਼ਨ ਘੱਟ ਆ, ਪੜ੍ਹੇ ਘੱਟ ਆ ਉਹ ਲੋਕ, ਠੀਕ ਹੈ, ਉਹ ਦਰਿੰਦਗੀ ਦੇ ਛੇਤੀ ਉੱਤਰ ਆਉਂਦੇ ਆ ਤੇ ਕਾਨੂੰਨ ਉਹਨਾਂ ਨੂੰ ਨਰਮਾਈ ਨਾਲ ਛੱਡ ਦਿੰਦਾ। ਵੀ ਕੁਝ ਘਟਨਾਵਾਂ ਨੇ ਜਿਹੜੀਆਂ ਸਕਰੀਨ ਤੇ ਆ ਗਈਆਂ, ਬਹੁਤ ਕੁਝ ਹੈ ਜਿਹੜਾ ਦਬਾ ਲਿਆ ਜਾਂਦਾ ਹੋਵੇਗਾ। ਪਰ ਹੁਣ ਜਿਹੜੇ ਆਮ ਸਮਾਜ ਦੇ ਆਗੂ ਨੇ ਉਹਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਆਪ ਹਥਿਆਰ ਚੱਕਣੇ ਪੈਣੇ ਆ। ਧੀਆਂ ਦੀ ਸੁਰੱਖਿਆ ਵਾਸਤੇ ਇਕੱਲੀ ਪੁਲਿਸ ਜ਼ਿੰਮੇਵਾਰ ਨਹੀਂ। ਇਹਨਾਂ ਦਾ ਬਿਆਨ ਦੇਖ ਲਓ ਯਾਰ, ਬਿਆਨ ਜਿਤਨੇ ਵੀ ਆ ਰਹੇ ਨੇ ਮੁਸਲਮਾਨਾਂ ਦੇ ਖਿਲਾਫ ਕਿਵੇਂ ਅੱਗ ਉਗਲੀ ਜਾ ਰਹੀ ਹੈ। ਤੁਸੀਂ ਕਹਿੰਦੇ ਸਾਧ ਬੰਦਾ, ਜੇ ਸਾਧ ਬੰਦਾ ਹੁੰਦਾ ਤਾਂ ਸਾਰਿਆਂ ਨੂੰ ਗਲ ਲਾਉਂਦਾ ਨਾ ਯਾਰ। ਤੁਸੀਂ ਦੇਖ ਲਓ ਆ 6 ਮਹੀਨੇ ਦੇ ਪਿਛਲੇ 6 ਮਹੀਨੇ ਦੇ ਝਾਤ ਮਾਰ ਲਈਏ ਤੇ 3 4 5 ਰੇਪ ਇਸ ਤਰ੍ਹਾਂ ਦੇ ਹੋਏ ਆ ਵੀ ਜਿਹੜੇ ਸਾਡੇ ਵੀ ਪੰਜਾਬ ਸਰਕਾਰ ਨੇ ਮਿੱਟੀ ਪਾਤੀ ਦੱਬ ਕੇ। ਜਿਹੜੇ ਵੀ ਲੋਕ ਧੀ ਦੇ ਕਾਸਟ ਨੂੰ ਕਾਸਟ ਮੰਨ ਕੇ ਚੱਲਦੇ ਆ, ਮੇਰਾ ਆਪਣਾ ਨਿੱਜੀ ਵਿਚਾਰ ਹੈ ਵੀ ਉਹਨਾਂ ਤੋਂ ਵੱਡਾ ਮੂਰਖ ਕੋਈ ਨਹੀਂ ਜੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਸਵਾਗਤ ਹੈ। ਦਰਸ਼ਕੋ, ਜਦੋਂ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ, ਕਿਸੇ ਧੀ ਭੈਣ ਦੇ ਨਾਲ ਰੇਪ ਹੋਣਾ, ਰੇਪ ਤੋਂ ਬਾਅਦ ਉਹਦੀ ਜ਼ੁਬਾਨ ਦਾ ਕੱਟਿਆ ਜਾਣਾ, ਰੀੜ੍ਹ ਦੀ ਹੱਡੀ ਦਾ ਟੁੱਟ ਜਾਣਾ ਤੇ ਉਸ ਬੱਚੀ ਦਾ ਨਾ ਬਚਣਾ, ਫਿਰ ਪੁਲਿਸ ਕਸਟਡੀ ਦੇ ਅੰਦਰ ਕਹਿ ਲਓ ਜਾਂ ਪੁਲਿਸ ਦੀ ਨਿਗਰਾਨੀ ਦੇ ਵਿੱਚ ਉਸ ਬੱਚੀ ਦਾ ਸੰਸਕਾਰ ਕੀਤਾ ਜਾਣਾ ਬਿਨਾਂ ਕਿਸੇ ਧਾਰਮਿਕ ਰਸਮਾਂ ਦੇ, ਪਰਿਵਾਰ ਦੀ ਕਿਸੇ ਵੀ ਪ੍ਰਕਾਰ ਦੀ ਸਹਿਮਤੀ ਤੋਂ ਬਿਨਾਂ, ਤੇ ਇਹ ਚੀਜ਼ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਗੁਨਾਹ ਮੰਨੀ ਜਾਂਦੀ ਹੈ। ਪਰ ਜਦੋਂ ਭਾਰਤ ਦੀ ਧਰਤੀ ਤੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਜੇ ਹਿੰਦੂ ਸਮਾਜ ਦੀ ਗੱਲ ਕਰਾਂ ਤੇ ਉਹ ਸਮਾਜ ਹੈ ਜਿਹੜਾ ਨਰਾਤਿਆਂ ਦੇ ਦਿਨਾਂ ਦੇ ਅੰਦਰ ਬੱਚੀਆਂ ਨੂੰ ਇਹ ਕਹਿ ਕੇ ਵੀ ਇਹ ਕੰਜਕਾਂ ਨੇ, ਉਹਨਾਂ ਦੇ ਪੈਰ ਵੀ ਧੋਤੇ ਜਾਂਦੇ ਨੇ ਔਰ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਜੇ ਮੈਂ ਸਿੱਖ ਸਮਾਜ ਦੀ ਗੱਲ ਕਰਾਂ ਤੇ ਸਿੱਖ ਸਮਾਜ ਦੇ ਅੰਦਰ ਵੀ ਕਿਹਾ ਜਾਂਦਾ ਪਰ ਬੇਟੀ ਕੋ ਬੇਟੀ ਜਾਨੈ। ਇਹੋ ਜਿਹੇ ਸੰਸਕਾਰ ਇਸ ਧਰਤੀ ਦੇ ਉੱਪਰ ਹੋਣ ਤੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ, ਉਹ ਕਿਤੇ ਨਾ ਕਿਤੇ ਤਕਲੀਫ ਦਿੰਦੀ ਹੈ। ਮੈਂ ਕਈ ਵਾਰੀ ਕਹਿਣਾ ਹੁੰਦਾ ਵਾਂ ਵੀ ਜ਼ੁਲਮ ਕਰਨ ਵਾਲਾ ਕਿਸੇ ਵੀ ਧਰਮ ਦੇ ਵਿੱਚੋਂ ਹੋਵੇ, ਕਿਸੇ ਵੀ ਮਜ਼ਹਬ ਦੇ ਵਿੱਚੋਂ ਹੋਵੇ, ਕਿਸੇ ਵੀ ਭਾਵੇਂ ਉੱਚ ਜਾਤੀ ਦੇ ਵਿੱਚੋਂ ਹੋਵੇ, ਮੁਜਰਮ ਹੀ ਹੁੰਦਾ ਹੈ। ਤੇ ਦੂਜੇ ਨੰਬਰ ਦੇ ਉੱਪਰ ਜਿਸ ਬੱਚੀ ਦੇ ਨਾਲ ਕੋਈ ਧੱਕਾ ਹੋਇਆ ਹੋਵੇ, ਉਹਦਾ ਜਾਤ, ਧਰਮ, ਮਜ਼ਹਬ ਕੋਈ ਵੀ ਹੋਵੇ, ਹਕੀਕਤ ਹੈ ਸਾਨੂੰ ਇਨਸਾਨੀਅਤ ਨਾਤੇ ਸਮੁੱਚੇ ਭਾਰਤ ਵਾਸੀਆਂ ਨੂੰ ਉਸ ਵੇਲੇ ਬੱਚੀ ਦੇ ਨਾਲ ਖੜਨਾ ਚਾਹੀਦਾ ਹੈ। ਆਓ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਦੇ ਹਾਂ। ਗੱਗੀ ਪੰਡਤ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਤੇ ਗੱਲ ਕਰਾਂਗੇ ਇਸੇ ਮੁੱਦੇ ਦੇ ਅੰਦਰ ਕਿ ਯੂਪੀ ਦੀ ਧਰਤੀ ਤੋਂ ਇਹੋ ਜਿਹੀਆਂ ਘਟਨਾਵਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਨੇ, ਇਸ ਚੀਜ਼ਾਂ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ। ਆਓ ਸਭ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਗਤ ਕੀਤਾ ਜਾਂਦਾ। ਵੀਰ ਜੀ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਧੀ ਭੈਣ ਦੇ ਨਾਲ ਰੇਪ ਹੋ ਜਾਣਾ ਔਰ ਉਸ ਤੋਂ ਬਾਅਦ ਉਸ ਬੱਚੀ ਦੇ ਨਾਲ ਰੀੜ੍ਹ ਦੀ ਹੱਡੀ ਦਾ ਟੁੱਟ ਜਾਣਾ, ਜ਼ੁਬਾਨ ਦਾ ਕੱਟਿਆ ਜਾਣਾ ਜਾਂ ਬੜਾ ਕੁਝ ਇਸ ਤਰੀਕੇ ਦਾ ਅੱਗੇ ਦੀ ਅੱਗੇ ਕੁਝ ਗੱਲਾਂ ਜਿਹੜੀਆਂ ਨੇ ਉਹ ਮੀਡੀਆ ਦੇ ਰਾਹੀਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਪੂਰੇ ਭਾਰਤ ਵਾਸੀਆਂ ਦੇ ਵਿੱਚ ਇਸ ਤਰੀਕੇ ਦੀ ਇੱਕ ਲਹਿਰ ਛਿੜਦੀ ਹੈ ਵੀ ਬਲਾਤਕਾਰੀਆਂ ਵਾਸਤੇ ਕੋਈ ਐਡਾ ਗਜ਼ਬ ਦਾ ਠੋਸ ਕਾਨੂੰਨ ਹੋਣਾ ਚਾਹੀਦਾ ਹੈ, ਬੜੀ ਵੱਡੀ ਸਜ਼ਾ ਹੋਣੀ ਚਾਹੀਦੀ ਹੈ ਵੀ ਦੁਬਾਰਾ ਕੋਈ ਇਸ ਤਰੀਕੇ ਦੀ ਹਰਕਤ ਨਾ ਕਰੇ। ਤੇ ਇਸ ਨੂੰ ਘਟਨਾ ਨੂੰ ਤੁਸੀਂ ਕਿਸ ਨਜ਼ਰੀਏ ਦੇ ਵਿੱਚ ਵੇਖਦੇ ਪਏ ਹੋ? ਅਕਸਰ ਘਟਨਾਵਾਂ ਯੂਪੀ ਵਾਲੇ ਪਾਸਿਓਂ ਜ਼ਿਆਦਾ ਸੁਣਨ ਨੂੰ ਮਿਲਦੀਆਂ ਨੇ। ਦੇਖੋ ਜੀ, ਧੀ ਕਿਸੇ ਦੀ ਵੀ ਹੈ, ਕਿਸੇ ਵੀ ਧਰਮ ਦੀ ਹੈ, ਕਿਸੇ ਵੀ ਮਜ਼ਹਬ ਦੀ ਹੈ, ਧੀ ਜਨਨੀ ਹੈ। ਜੇ ਧੀ ਹੈ ਤਾਂ ਸ੍ਰਿਸ਼ਟੀ ਹੈ, ਜੇ ਧੀ ਨਹੀਂ ਤਾਂ ਸ੍ਰਿਸ਼ਟੀ ਨਹੀਂ। ਜੇ ਧੀ ਨਹੀਂ ਤਾਂ ਮਖੂ ਵੀ ਨਹੀਂ ਹੈ ਤੇ ਗੱਗੀ ਵੀ ਨਹੀਂ ਹੈ ਜੀ।
ਜੇ ਧੀ ਹੈ ਤਾਂ ਸਾਨੂੰ ਮਾਂ ਦੇ ਰੂਪ 'ਚ ਉਹਨੇ ਜਨਮ ਦਿੱਤਾ ਹੈ, ਤਾਂ ਅਸੀਂ ਅੱਜ ਜਿਹੜੇ ਆਪੋ ਆਪਣੇ ਮਾਧਿਅਮ ਰਾਹੀਂ ਇੱਥੇ ਆ ਕੇ ਬਹਿ ਕੇ ਗੱਲਬਾਤ ਕਰ ਰਹੇ ਹਾਂ। ਇਸ ਕਰਕੇ ਜਿਹੜਾ ਯੂਪੀ ਦੇ ਵਿੱਚ ਇਹ ਹੋਇਆ ਅਤੀ ਨਿੰਦਣਯੋਗ ਹੈ। ਇਹਨੇ ਕਿਤੇ ਨਾ ਕਿਤੇ, ਮੈਂ ਵੀ ਇੱਕ ਧੀ ਦਾ ਪਿਓ ਹਾਂ, ਅੰਦਰ ਤੱਕ ਝੰਜੋਰਿਆ, ਕਿਉਂਕਿ ਸਰਕਾਰਾਂ ਦਾ ਜਿਹੜਾ ਫਰਜ਼ ਬਣਦਾ ਹੈ, ਸਰਕਾਰਾਂ ਦਾ ਜਿਹੜਾ ਸਿਸਟਮ ਹੈ, ਉਹ ਕਿਸੇ ਹੱਦ ਤੱਕ ਹੀ ਸੁਰੱਖਿਅਤ ਕਰ ਸਕਦੀਆਂ। ਜਿਹੜੇ ਸਮਾਜਿਕ ਲੋਕ ਆ, ਜਿਹੜੇ ਸਮਾਜ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਸਮਾਜਿਕ ਲੋਕ ਆ, ਅਸੀਂ ਲੋਕਾਂ ਨੂੰ ਜਾਗਰੂਕਤਾ ਪੈਦਾ ਕਰਨੀ ਆ। ਅਸੀਂ ਲਿਆ ਕੇ ਕਿਤੇ ਨਾ ਕਿਤੇ ਉਹਨਾਂ ਵਾਸਤੇ ਕੋਈ ਸੈਲਫ ਡਿਫੈਂਸ, ਕੋਈ ਸਿਸਟਮ ਪੈਦਾ ਕਰਕੇ ਦੇਣਾ ਬੱਚੀਆਂ ਨੂੰ, ਜਿਹਦੇ ਨਾਲ ਬੱਚੀਆਂ ਜਿਹੜੀਆਂ ਇਹੋ ਜਿਹੇ ਜਿਹੜੇ ਕਰੂਰ ਆਦਮੀ ਆ ਉਹਨਾਂ ਤੋਂ ਸੁਰੱਖਿਅਤ ਰਹਿ ਸਕਣ। ਹੁਣ ਪਿੱਛੇ ਜੀ ਸੁਪਰੀਮ ਕੋਰਟ ਨੇ ਇੱਕ ਜਾਰੀ ਕੀਤਾ ਸੀ ਹੁਕਮ ਜੀ, ਉਹਦਾ ਤਕਰੀਬਨ ਸਾਰੀਆਂ ਸਟੇਟਾਂ 'ਚ ਸਵਾਗਤ ਹੋਇਆ ਵੀ ਜੇ ਕਿਸੇ ਬੱਚੀ ਨਾਲ ਕੋਈ ਬੰਦਾ ਅਜਿਹੀ ਗੰਦੀ ਹਰਕਤ ਕਰਦਾ ਹੈ ਤੇ ਬੱਚੀ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਤੇ ਉਹ ਬੱਚੀ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ। ਉਹਨੇ ਮਾਰਤਾ, ਬਲਾਤਕਾਰੀ ਤੇ ਮਾਰਤਾ। ਜੇ ਕਿਤੇ ਇਹੋ ਜਿਹਾ ਸੁਪਰੀਮ ਕੋਰਟ ਜਾਂ ਸੈਂਟਰ ਸਰਕਾਰ ਜਿਵੇਂ ਆ ਖੇਤੀ ਦੇ ਖਿਲਾਫ ਆਰਡੀਨੈਂਸ ਲੈ ਕੇ ਆਈ ਹੈ, ਇੱਕ ਇਹੋ ਜਿਹਾ ਆਰਡੀਨੈਂਸ ਲੈ ਆਏ ਵੀ ਜੇ ਕਿਸੇ ਦੀ ਧੀ ਭੈਣ ਨਾਲ ਇਹੋ ਜਿਹਾ ਗੰਦੀ ਹਰਕਤ ਹੁੰਦੀ ਹੈ ਤਾਂ ਉਹਦੇ ਪਿਓ ਜਾਂ ਭਰਾ ਨੂੰ ਸਜ਼ਾ ਮਾਫ ਹੈ, ਉਹ ਬਲਾਤਕਾਰੀਆਂ ਨੂੰ ਤੁਰੰਤ ਮੌਕੇ ਤੇ ਸਜ਼ਾ ਦੇ ਕੇ ਮਾਰ ਸਕਦਾ ਹੈ। ਉਹਨੂੰ ਨਿੱਜੀ ਅਧਿਕਾਰ ਹੋਵੇ। ਤੇ ਮੈਨੂੰ ਨਹੀਂ ਲੱਗਦਾ ਵੀ ਇਹ ਬਲਾਤਕਾਰ ਵਰਗੀ ਜਿਹੜੀ ਘਟਨਾ ਹੈ ਇਹ ਕਿਤੇ ਛਿਪੀ ਵੀ ਰਹਿ ਜੇ। ਜਿਹੜੇ ਲੋਕ ਇਹਨਾਂ ਵਿਚਾਰਾਂ ਨਾਲ ਮੇਰੇ ਨਾਲ ਸਹਿਮਤ ਹੋਣਗੇ, ਮੈਨੂੰ ਲੱਗਦਾ ਹੈ ਵੀ ਜੇ ਕਿਤੇ ਇਹ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਹੁਣ ਖੇਤੀ ਆਰਡੀਨੈਂਸ ਲਿਆ ਕੇ ਸਾਡੇ ਤੇ ਡਾਕਾ ਮਾਰਿਆ, ਜੇ ਅਜਿਹਾ ਕਿਤੇ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਵਾਸਤੇ ਕਾਨੂੰਨ ਬਣਾ ਕੇ ਲੈ ਕੇ ਆਉਂਦੇ, ਸਮੁੱਚਾ ਭਾਰਤ ਉਹਨਾਂ ਦਾ ਸਵਾਗਤ ਕਰਦਾ। ਜੇ ਆਪਾਂ ਗੱਲ ਕਰੀਏ ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਬਿਲਕੁਲ ਜੀ, ਤੇ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਮੇਰੇ ਖਿਆਲ ਦੇ ਵਿੱਚ ਇਹ ਘਟਨਾ ਜਿਹੜੀ ਹੈ ਇਹ ਵੀ ਯੂਪੀ ਦੀ ਹੈ ਜੀ। ਤੇ ਇਹਨਾਂ ਘਟਨਾਵਾਂ ਦੇ ਉੱਪਰ ਸੁਣਵਾਈ ਮੇਰੇ ਖਿਆਲ ਸੈਂਟਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਹੋ ਜਾਣੀ ਚਾਹੀਦੀ ਸੀ। ਬਲਾਤਕਾਰੀ ਜਿਹੜੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋ ਜਾਣੀ ਚਾਹੀਦੀ ਸੀ ਹੁਣ ਤੱਕ। ਦੇਖੋ, ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ, ਕਾਨੂੰਨ ਪ੍ਰਕਿਰਿਆ ਹੈ, ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਹੈ। ਮੈਨੂੰ ਨਹੀਂ ਲੱਗਦਾ ਉਹ ਅਰੈਸਟ ਤਾਂ ਹੋ ਗਏ ਚਾਰੇ ਮੁਲਜ਼ਮ ਜੀ, ਉਹ ਤਾਂ ਪਹਿਲੇ ਦਿਨ ਹੀ ਮੇਰੇ ਖਿਆਲ ਅਰੈਸਟ ਹੋ ਗਏ ਸੀ। ਅਰੈਸਟ ਹੋ ਕੇ ਉਹਨਾਂ ਦਾ ਜੇ ਟ੍ਰਾਇਲ ਚੱਲਣਾ ਹੈ, ਫਿਰ ਚਲਾਨ ਪੇਸ਼ ਹੋਣਾ ਹੈ, ਫਿਰ ਗਵਾਹੀਆਂ ਹੋਣੀਆਂ, ਉਸ ਤੋਂ ਬਾਅਦ ਜਿਹੜਾ 2 ਸਾਲ 2.5 ਸਾਲ ਲੱਗ ਜਾਣੇ ਆ। ਤੁਹਾਡੇ ਯਾਦ ਹੋਣਾ ਦਿੱਲੀ ਦੇ ਵਿੱਚ ਉਹ ਜਿਹੜੀ ਬੇਟੀ ਨਾਲ ਰੇਪ ਹੋਇਆ ਸੀ, ਜਿਹਦੇ ਦੋਸ਼ੀਆਂ ਨੂੰ ਫਾਂਸੀ ਹੋਈ ਹੈ, ਵੀ ਉਹਦੀ ਮਦਰ ਨੇ ਕਿੰਨੀਆਂ ਕੁ ਲੜਾਈਆਂ ਲੜ ਕੇ, ਕਿੰਨੀ ਕੁ ਵਿਚਾਰ ਨੇ ਰਾਤਾਂ ਜਾ ਕੇ ਉਹ ਜਿਹੜੀ ਮੁਲਜ਼ਮਾਂ ਨੂੰ ਫਾਂਸੀ ਕਰਾਈ ਤੇ ਇਨਸਾਫ ਮਿਲਿਆ ਇਹਨੂੰ। ਕਿਉਂਕਿ ਸਾਡੇ ਜਦੋਂ ਕਿਸੇ ਬੱਚੀ ਨਾਲ ਐਸਾ ਹੁੰਦਾ ਜਿਵੇਂ ਦਿੱਲੀ ਦੀ ਧਰਤੀ ਦੇ ਉੱਪਰ ਹੋਇਆ ਸੀ, ਕਿਹਾ ਜਾਂਦਾ ਵੀ ਉਹ ਕਿਸੇ ਐਸੇ ਪਰਿਵਾਰਾਂ, ਉੱਚ ਜਾਤੀ ਪਰਿਵਾਰਾਂ ਨਾਲ ਸੰਬੰਧਿਤ ਸੀ। ਇਹ ਜਿਹੜੀ ਬੱਚੀ ਦੇ ਨਾਲ ਹੋਇਆ ਹੈ ਇਹ ਵਾਲਮੀਕੀ ਸਮਾਜ ਦੇ ਨਾਲ ਸੰਬੰਧਿਤ ਸੀ, ਦਲਿਤ ਪਰਿਵਾਰ ਦੀ ਬੱਚੀ ਸੀ। ਕਿਤੇ ਇਹ ਵੀ ਭੇਦਭਾਵ ਹੋ ਜਾਂਦਾ ਵੀ ਇਹ ਦਲਿਤ ਦੀ ਬੱਚੀ ਸੀ ਤੇ ਓਡੇ ਪੱਧਰ ਦੇ ਉੱਪਰ ਆਵਾਜ਼ ਦਾ ਨਾ ਆਉਣਾ, ਪਰ ਜੇ ਕਿਸੇ ਉੱਚ ਜਾਤੀ ਦੇ ਵਿੱਚੋਂ ਬੱਚੀ ਹੋਵੇਗੀ ਤੇ ਫਿਰ ਸਮਾਜ ਦੇ ਲੋਕਾਂ ਦਾ ਨਾਲ ਆ ਜਾਣਾ। ਮੱਖੂ ਸਾਹਿਬ, ਇਹ ਨਾ ਜਿਹੜਾ ਜਾਤੀ ਵਾਲਾ ਸਿਸਟਮ ਹੈ ਜਾਂ ਧਰਮ ਵਾਲਾ ਸਿਸਟਮ ਹੈ, ਇਹ ਕਿਤੇ ਵੀ ਨਹੀਂ ਇਹ ਅਕਾਊਂਟ ਕਰਦਾ। ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ, ਤੁਸੀਂ ਵੀ ਕਾਨੂੰਨ ਪੜ੍ਹਿਆ, ਮੈਂ ਵੀ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦਾ, ਉਹ 366, 376, 302 ਉਹੀ ਹੈ। ਉਹ ਚਾਹੇ ਕੋਈ ਉੱਚ ਜਾਤੀ ਦਾ, ਚਾਹੇ ਕੋਈ ਨਿਚਲੀ ਜਾਤੀ ਦਾ, ਲੱਗਣੀ ਸਭ ਤੇ ਹੈ, ਲੱਗਣੀ ਹੈ। ਪਰ ਗੱਲ ਇਹ ਹੈ ਇਨਸਾਫ ਦੇ ਵਿੱਚ ਮਿਲਣ 'ਚ ਜਿਹੜੀ ਦੇਰੀ ਹੈ, ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਦਰਿੰਦਿਆਂ ਦੇ ਹੌਸਲਾ ਅਫਜ਼ਾਈ ਕਰਦੀ ਹੈ, ਹੌਸਲੇ ਵਧਾਉਂਦੀ ਹੈ। ਕਿਤੇ ਜਿਹੜੇ ਨਾਬਾਲਗ ਦਰਿੰਦੇ ਆ 15 ਸਾਲ 17 ਸਾਲ 17 ਸਾਲ ਤੱਕ ਇਹ ਕ੍ਰਾਈਮ ਦੇ ਵਿੱਚ, ਲੋਕ ਕ੍ਰਾਈਮ 'ਚ ਵੱਧਦੇ ਜਾ ਰਹੇ ਆ। ਉਹ ਕਾਰਨ ਹੈ ਵੀ ਜਦੋਂ ਇਹ ਫੜੇ ਜਾਂਦੇ ਆ ਉਦੋਂ ਇਹ ਨਾਬਾਲਗ ਹੁੰਦੇ ਆ, ਇਹਨਾਂ ਨੂੰ ਕਾਨੂੰਨ ਕਿਤੇ ਨਾ ਕਿਤੇ ਨਰਮਾਈ ਦੇ ਦਿੰਦਾ। ਉਹਦਾ ਵੀ ਕਾਰਨ ਹੈ ਇਹ ਜਿਹੜੀ ਬੈਕਵਰਡ ਸਟੇਟਸ ਨੇ, ਯੂਪੀ ਹੈ, ਮੱਧ ਪ੍ਰਦੇਸ਼ ਹੈ, ਹੋਰ ਨੇ, ਇਹ ਲੋਕ ਇਸ ਚੀਜ਼ ਦਾ ਫਾਇਦਾ ਚੱਕਦੇ ਆ। ਜਿਹੜੇ ਇਹਨਾਂ ਦੇ ਨਾਬਾਲਗ ਬੱਚੇ ਆ, ਐਜੂਕੇਸ਼ਨ ਘੱਟ ਹੈ, ਪੜ੍ਹੇ ਘੱਟ ਆ ਉਹ ਲੋਕ, ਠੀਕ ਹੈ, ਉਹ ਦਰਿੰਦਗੀ ਦੇ ਛੇਤੀ ਉੱਤਰ ਆਉਂਦੇ ਆ ਤੇ ਕਾਨੂੰਨ ਉਹਨਾਂ ਨੂੰ ਨਰਮਾਈ ਨਾਲ ਛੱਡ ਦਿੰਦਾ, ਉਹਨਾਂ ਨਾਲ ਕਿਤੇ ਨਾ ਕਿਤੇ ਨਰਮਾਈ ਕਰਦਾ ਜਿਹੜੇ ਨਾਬਾਲਗ ਹੁੰਦੇ ਆ। ਜੇ ਬਲਾਤਕਾਰ ਦੇ ਕੇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨਾਲ ਨਰਮਾਈ ਕਰਨੀ ਚਾਹੀਦੀ, ਚਾਹੇ ਕੋਈ 14 ਸਾਲ ਦਾ, ਚਾਹੇ ਕੋਈ 15 ਸਾਲ ਦਾ, ਸਜ਼ਾ ਉਹਨੂੰ 18+ ਵਾਲੀ ਹੀ ਮਿਲਣੀ ਚਾਹੀਦੀ ਹੈ। ਜਦੋਂ 18+ ਵਾਲੀ ਸਜ਼ਾ ਮਿਲੇਗੀ, ਇਹ ਲੋਕ ਮਾਰੇ ਜਾਣਗੇ, ਇਹਨਾਂ ਨੂੰ ਫਾਂਸੀ ਤੇ ਟੰਗਿਆ ਜਾਏਗਾ, ਇਹ ਆਟੋਮੈਟਿਕ ਹੈ ਜਿਹੜਾ ਇਹ ਕ੍ਰਾਈਮ ਘਟੇਗਾ। ਯੂਪੀ ਦੇ ਵਿੱਚ ਗੱਲ ਕਰੀਏ, ਯੂਪੀ ਦੇ ਵਿੱਚ ਕੋਈ ਨਵੀਂ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਬੜੀਆਂ ਘਟਨਾਵਾਂ ਹੋ ਚੁੱਕੀਆਂ ਨੇ। ਜੇ ਆਪਾਂ ਫੂਲਨ ਦੇਵੀ ਦੀ ਵੀ ਗੱਲ ਕਰੀਏ, ਭਾਵੇਂ ਉਹਨਾਂ ਦੇ ਉੱਪਰ ਇੱਕ ਪਿਕਚਰ ਵੀ ਬਣੀ ਹੈ, ਬੈਂਡਲ ਕੁਈਨ, ਜੇ ਫੂਲਨ ਦੇਵੀ ਦੀ ਗੱਲ ਕਰੀਏ ਤੇ ਉਹਦੇ ਨਾਲ ਵੀ ਰੇਪ ਹੁੰਦਾ। ਉਸ ਤੋਂ ਬਾਅਦ ਹੱਥ ਦੇ ਵਿੱਚੋਂ ਰਾਈਫਲ ਚੁੱਕਦੀ ਹੈ, ਰਾਈਫਲ ਚੁੱਕਣ ਤੋਂ ਬਾਅਦ ਉਹ ਸਾਰੇ ਪਿੰਡ ਦੇ ਵਿਚਕਾਰ ਅੱਪੜ ਕੇ ਉਹਨਾਂ ਠਾਕਰਾਂ ਨੂੰ ਮੌਤ ਦੇ ਘਾਟ ਉਤਾਰਦੀ ਹੈ। ਹੁਣ ਉਦੋਂ ਵੀ ਠਾਕੁਰ ਤੇ ਦਲਿਤ ਬੱਚੀ
ਫੂਲਨ ਦੇਵੀ ਹੁਣ ਵੀ ਇਧਰ ਦਲਿਤ ਬੱਚੀ ਤੇ ਠਾਕੁਰ। ਤੁਹਾਨੂੰ ਲੱਗਦਾ ਨਹੀਂ ਵੀ ਇੰਨੇ ਸਾਲਾਂ ਬਾਅਦ ਵੀ ਉਹ ਸਿਲਸਿਲਾ ਲਗਾਤਾਰ ਚੱਲਿਆ ਆ ਰਿਹਾ? ਜੇ ਆਪਾਂ ਥੋੜਾ ਜਿਹਾ ਜੋੜ ਕੇ ਵੇਖੀਏ ਪਿਛੋਕੜ ਦੇ ਅੰਦਰ, ਉਹ ਗੱਲਾਂ ਤੁਹਾਡੀਆਂ ਸਹੀ ਹੈ, ਪਰ ਇੱਕ ਚੀਜ਼ ਹੈਗੀ ਹੈ, ਜਿਹੜਾ ਇਹ ਦਿੱਤੇ ਨਾਥ ਯੋਗੀ ਹੈ, ਜਿੱਦਾਂ ਦਾ CM ਬਣਿਆ, ਜਿਹੜੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ, ਮੈਂ ਉਹਦਾ ਸਮਰਥਕ ਨਹੀਂ, ਕਿਉਂਕਿ ਉਹ ਧੀ ਦੀ ਪੀੜ ਮੈਨੂੰ ਵੀ ਬਹੁਤ ਹੈ, ਮੈਂ ਧੀ ਦਾ ਪਿਓ ਆ। ਕੱਲ ਅਸੀਂ ਕੈਂਡਲ ਮਾਰਚ ਕੀਤਾ, ਉਸ ਧੀ ਨੂੰ ਜਿਹੜਾ ਮੌਨ ਰੱਖ ਕੇ ਕੈਂਡਲ ਮਾਰਚ ਕਰਕੇ ਉਹਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ। ਠੀਕ ਹੈ, ਗੱਲ ਇਹ ਹੈ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਿਰਾਵਟ ਆਈ ਹੈ ਇਸ ਕ੍ਰਾਈਮ 'ਚ ਜਿੱਦਣ ਦਾ ਇਸ ਬੰਦੇ ਨੇ ਸਟੇਟ ਸੰਭਾਲੀ ਹੈ। ਜਦੋਂ ਤੱਕ ਪਹਿਲਾਂ ਮੁਲਾਇਮ ਸਿੰਘ ਉਹਨਾਂ ਦਾ ਰਾਜ ਰਿਹਾ, ਮਾਇਆਵਤੀ ਜੀ ਦਾ ਰਾਜ ਰਿਹਾ, ਉਹ ਤਾਂ ਦਲਿਤ ਪਰਿਵਾਰ ਦੀ ਬੇਟੀ ਹੈ ਨਾ, ਉਹਦੇ ਸਮੇਂ ਦੇ ਵਿੱਚ ਜਿੰਨਾ ਬਲਾਤਕਾਰ ਦਾ ਕ੍ਰਾਈਮ ਹੁੰਦਾ ਸੀ, ਅੱਜ ਉਹਦੇ ਮੁਕਾਬਲੇ ਦੇ ਵਿੱਚ 1% ਵੀ ਨਹੀਂ ਰਹਿ ਗਿਆ। ਜਿੰਨਾ ਮੁਲਾਇਮ ਸਿੰਘ ਦੇ ਸਮੇਂ ਦੇ ਵਿੱਚ ਕ੍ਰਾਈਮ ਹੁੰਦਾ ਸੀ, ਉਹਦੇ ਮੁਕਾਬਲੇ 'ਚ 1% ਵੀ ਨਹੀਂ ਰਹਿ ਗਿਆ। ਪਰ ਐਸਾ ਨਹੀਂ ਹੋ ਸਕਦਾ, ਜਿਵੇਂ ਕਿ ਤੁਸੀਂ ਆਪਣੀ ਐਗਜ਼ਾਮਪਲ ਦਿੱਤੀ ਹੈ ਵੀ ਕੁਝ ਘਟਨਾਵਾਂ ਨੇ ਜਿਹੜੀਆਂ ਸਕਰੀਨ ਤੇ ਆ ਗਈਆਂ, ਬਹੁਤ ਕੁਝ ਹੈ ਜਿਹੜਾ ਦਬਾ ਲਿਆ ਜਾਂਦਾ ਹੋਵੇਗਾ? ਪਹਿਲਾਂ ਦਬਾਇਆ ਹੀ ਜਾਂਦਾ ਸੀ। ਇਹ ਤਾਂ ਦੇਖੋ, ਇਹ ਇੱਕ ਸਾਧ ਹੈ ਜਿਹੜਾ ਉੱਥੇ ਆ ਕੇ ਬੈਠਾ ਹੈ, ਜਿਹਨੇ ਕਿਸੇ ਤਰ੍ਹਾਂ ਦਾ, ਇਹ ਆਪ ਠਾਕੁਰ ਹੈ, ਜਿਹੜੇ ਪਿੱਛੇ ਇਨਕਾਊਂਟਰ ਕੀਤਾ ਹੈ ਰੇਪ ਦੇ ਵਿੱਚ, ਉਹ ਵੀ ਚਾਰੇ ਠਾਕੁਰ ਸੀ। ਜਿਹੜਾ SP ਨੇ ਇਨਕਾਊਂਟਰ ਕੀਤਾ ਸੀ, ਕੋਰਟ ਲੈ ਕੇ ਜਾਂਦੇ, ਜਿਹੜਾ ਐਕਸੀਡੈਂਟ ਹੋ ਗਿਆ ਸੀ ਰਸਤੇ ਦੇ ਵਿੱਚ, ਤੇ ਉਹ SP ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਜੇ CM ਨੇ ਚਾਹਿਆ ਤਾਂ ਹੀ ਨਹੀਂ ਹੋਈ। ਜੇ CM ਚਾਹੁੰਦਾ ਉਹਦੇ ਖਿਲਾਫ ਡੋਮੈਸਟਿਕ ਵੀ ਖੁੱਲ ਸਕਦੀ ਸੀ, ਉਹਦੇ ਖਿਲਾਫ ਮਹਿਕਮੇ ਦੀ ਇਨਕੁਆਇਰੀ ਵੀ ਖੁੱਲ ਸਕਦੀ ਸੀ, ਸਾਰੀਆਂ ਚੀਜ਼ਾਂ ਖੁੱਲ ਸਕਦੀਆਂ ਸੀ, ਪਰ ਕੁਛ ਨਹੀਂ। ਗੱਲ ਇਹ ਹੈ, ਇਹ ਸਾਧੂ ਇਨਸਾਨ ਹੈ, ਇਹ ਜਿਹੜਾ ਧੀ ਦੀ ਇੱਜ਼ਤ ਕਰਨੀ ਜਾਣਦਾ, ਮਾਤਾ ਨੂੰ ਪੂਜਣਾ ਜਾਣਦਾ, ਕੰਜਕ ਨੂੰ ਮਾਤਾ ਦਾ ਰੂਪ ਮੰਨਦਾ। ਉਹਦਾ ਕੱਲ ਵੀ ਮੈਂ ਦੇਖ ਰਿਹਾ ਸੀ, ਮੈਂ ਪਾਰਟੀਬਾਜ਼ੀ ਤੋਂ ਹਟ ਕੇ ਜਿਹੜੀ ਇਹ ਗੱਲ ਕਰਦਾ ਵੀ ਜਿੰਨਾ ਕੁ ਮੈਨੂੰ ਲੱਗਦਾ ਵੀ UP ਦੀ ਗੁੰਡਾਗਰਦੀ ਖਤਮ ਕਰਨ ਦੇ ਵਿੱਚ ਇਹਦਾ ਹੱਥ ਹੈ। ਤੁਸੀਂ ਕਹਿੰਦੇ ਖਤਮ ਕੀਤੀ, ਮੈਂ ਕਹਿੰਦਾ ਰੋਜ਼ ਇਹੋ ਜਿਹੀਆਂ ਘਟਨਾਵਾਂ ਦੱਸਦੀਆਂ ਪਈਆਂ ਨੇ ਵੀ ਗੁੰਡਾਗਰਦੀ ਬਹੁਤ ਵੱਡੇ ਪੱਧਰ ਦੇ ਉੱਪਰ ਹੋ ਰਹੀ ਹੈ। ਬਹੁਤ ਘਟ ਗਿਆ, ਬਹੁਤ ਗ੍ਰਾਫ ਥੱਲੇ ਆਇਆ। ਦੇਖੋ, ਇੱਕ ਚੀਜ਼ ਨੂੰ ਖਤਮ ਕਰਨਾ ਉਹ ਪ੍ਰਮਾਤਮਾ ਦਾ ਰੂਪ ਤਾਂ ਹੈ ਨਹੀਂ, ਉਹ ਸਕੈਨਰ ਨਹੀਂ ਹਰੇਕ ਥਾਂ ਤੇ ਉਹ ਨਹੀਂ ਕਰ ਸਕਦਾ, ਪਰ ਜਿੰਨੀ ਪੁਲਿਸ ਦੀ ਗੁੰਡਾਗਰਦੀ ਉਹਨੇ ਕੰਟਰੋਲ ਕਰਤੀ, ਜਿੰਨੇ ਲੋਕਲ ਗੁੰਡੇ ਉਹਨੇ ਕੰਟਰੋਲ ਕਰਤੇ, ਜਿੰਨੀ ਇਸ ਰੇਪ ਦੀ ਜਿਹੜੀ ਮਾਤਰਾ ਸੀ ਉਹ ਬਹੁਤ ਜ਼ਿਆਦਾ ਰੂਟੀਨ ਚੋਂ ਘਟਾ ਕੇ ਥੱਲੇ ਲੈ ਕੇ ਆਇਆ। ਪਰ ਹੁਣ ਜਿਹੜੇ ਆਮ ਸਮਾਜ ਦੇ ਆਗੂ ਨੇ, ਉਹਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਆਪ ਹਥਿਆਰ ਚੱਕਣੇ ਪੈਣੇ ਆ। ਧੀਆਂ ਦੀ ਸੁਰੱਖਿਆ ਵਾਸਤੇ ਇਕੱਲੀ ਪੁਲਿਸ ਜ਼ਿੰਮੇਵਾਰ ਨਹੀਂ, ਆਪਾਂ ਨੂੰ ਆਪ ਆਉਣਾ ਪੈਣਾ ਮੈਦਾਨ ਦੇ ਵਿੱਚ, ਅਜਿਹੇ ਲੋਕਾਂ ਨੂੰ ਆਪ ਸਜ਼ਾ ਦੇਣੀ ਪੈਣੀ ਹੈ, ਤਾਂ ਕਿਤੇ ਨਾ ਕਿਤੇ ਜਿਹੜੀ ਇਹ ਠੱਲ ਪੈਣੀ ਹੈ। ਤੇ ਕਾਨੂੰਨ ਨੂੰ ਵੀ ਕਿਤੇ ਉਹਦੇ ਪਿਓ ਨੂੰ, ਉਹਦੇ ਭਰਾ ਨੂੰ, ਬੱਚੀ ਦੇ ਨੂੰ ਨਰਮ ਨਿਗਾਹ ਨਾਲ ਦੇਖਣਾ ਪੈਣਾ। ਕਾਨੂੰਨ ਕਹਿੰਦਾ ਜੀ ਜ਼ੁਲਮ ਤਾਂ ਜ਼ੁਲਮ ਹੈ, ਕਾਨੂੰਨ ਸਜ਼ਾ ਦੇਗਾ, ਕਾਨੂੰਨ ਤਾਂ। ਪਰ ਉਹ ਬੱਚੀ ਵਾਲੀ ਘਟਨਾ ਅਜੇ ਲੋਕਾਂ ਦੇ ਦਿਲੋਂ ਦਿਮਾਗ ਨਜ਼ਰਾਂ ਤੋਂ ਉਤਰੀ ਨਹੀਂ ਸੀ। ਇੱਕ ਘਟਨਾ ਹੋਰ ਲੱਗੇ 40-50 ਕਿਲੋਮੀਟਰ ਦੇ ਉੱਪਰ 22 ਸਾਲ ਦੀ ਬੱਚੀ ਨਾਲ, 22 ਸਾਲ ਦੀ ਬੱਚੀ ਦੇ ਨਾਲ ਹੋ ਗਈ। ਉਹ ਵੀ ਪੜ੍ਹਦੀ ਬੱਚੀ, ਇਹ ਵੀ ਪੜ੍ਹਦੀ ਬੱਚੀ, ਤੇ ਆਪਾਂ ਕਹਿੰਦੇ ਵੀ ਬਹੁਤ ਜ਼ਿਆਦਾ ਘਟ ਗਿਆ। ਘਟਨਾ ਤੇ ਤਾਂ ਘਟਨਾ ਚੜੀ ਪਈ ਹੈ। ਦੇਖੋ ਮੁੱਖ ਤਾਂ ਤੁਸੀਂ, ਮੇਰਾ ਖਿਆਲ ਆ ਵੀ UP ਦਾ ਪਹਿਲਾ ਰਿਕਾਰਡ ਨਹੀਂ ਦੇਖਿਆ ਅੱਜ ਤੋਂ, ਜਿਹੜਾ 2-3-4 ਸਾਲ ਪਹਿਲਾਂ ਅਸੀਂ ਦੇਖਿਆ। ਮੈਂ ਤਕਰੀਬਨ ਉਸ ਏਰੀਏ 'ਚ ਜਾਂਦਾ ਰਹਿੰਦਾ ਬਹੁਤ ਜ਼ਿਆਦਾ, ਸਾਡੀਆਂ ਰਿਸ਼ਤੇਦਾਰੀਆਂ ਵੀ ਬਹੁਤ ਨੇ, ਵੈਸੇ ਵੀ ਮੇਰਾ ਜਾਣਾ ਆਉਣਾ ਬਹੁਤ ਰਹਿੰਦਾ। ਅਸੀਂ ਇਹ ਲੋਕਾਂ ਦੀ ਉਹ ਦਰਿੰਦਗੀ ਦੇਖੀ ਹੈ ਵੀ ਦਿਨ ਦੇ ਵਿੱਚ ਜਿਹਦੇ ਬੈਠੇ ਹੋਈਦਾ ਸੀ, ਪਤਾ ਲੱਗਦਾ ਸੀ ਵੀ ਉਸ ਪਿੰਡ 'ਚ ਵੀ ਰੇਪ ਹੋ ਗਿਆ, ਉਸ ਪਿੰਡ 'ਚ ਵੀ ਰੇਪ ਹੋ ਗਿਆ, ਉਸ ਪਿੰਡ 'ਚ ਵੀ ਰੇਪ ਹੋ ਗਿਆ, ਤੇ ਸੁਣਵਾਈ ਨਹੀਂ ਸੀ ਹੁੰਦੀ। ਥਾਣੇ ਦੇ ਵਿੱਚ ਕੋਈ ਰਪਟ ਤੱਕ ਨਹੀਂ ਸੀ ਲਿਖਦਾ UP 'ਚ। ਇੰਨੇ ਗੰਦੇ ਹਾਲਾਤ ਸੀ ਥਾਣਿਆਂ ਦੇ, ਇੰਨੇ ਗੰਦੇ ਹਾਲਾਤ ਸੀ ਪੁਲਿਸ ਦੇ। ਅੱਜ ਪੁਲਿਸ ਦਾ ਫਿਰ ਵੀ ਮੁਸਤੈਦ ਹੈ, ਚਾਹੇ ਉਹ ਜੁੱਤੀ ਦੇ ਡਰ ਤੋਂ ਮੁਸਤੈਦ ਹੈ, ਚਾਹੇ ਉਹ ਪ੍ਰਸ਼ਾਸਨ ਦੇ ਐਡਮਿਨਿਸਟ੍ਰੇਟਰ ਦੇ ਡਰ ਤੋਂ ਮੁਸਤੈਦ ਹੈ। ਕਿਸੇ ਨਾ ਕਿਸੇ ਤਰੀਕੇ ਉਹ ਗੱਲ ਮੀਡੀਆ 'ਚ ਆਉਂਦੀ ਹੈ। ਅੱਜ ਜੇ ਮੀਡੀਆ 'ਚ ਆਉਂਦੀ ਹੈ ਤਾਂ ਆਪਣੇ ਵਰਗੇ ਭਰਾਵਾਂ ਤੱਕ ਪਹੁੰਚਦੀ ਹੈ, ਆਊਟ ਆਫ ਸਟੇਟ ਗੱਲ ਪਹੁੰਚਦੀ ਹੈ। ਪਹਿਲਾਂ ਤਾਂ ਮੀਡੀਆ ਤੱਕ ਗੱਲ ਹੀ ਨਹੀਂ ਸੀ ਪਹੁੰਚਣ ਦਿੰਦੇ ਲੋਕ। ਜਿੰਨਾ ਚਿਰ ਮਾਇਆਵਤੀ ਜੀ ਦਾ ਰਾਜ ਰਿਹਾ, ਮੁਲਾਇਮ ਸਿੰਘ ਜੀ ਦਾ ਰਾਜ ਰਿਹਾ, ਉਹਨਾਂ ਦੇ ਬੇਟੇ ਦਾ ਰਿਹਾ, ਇਹਨਾਂ ਲੋਕਾਂ ਨੇ ਕਦੀ ਮੀਡੀਆ ਤੱਕ ਗੱਲ ਨਹੀਂ ਸੀ ਆਉਣ ਦਿੱਤੀ। ਜੇ ਮਾਇਆਵਤੀ ਦਾ ਰਾਜ ਹੁੰਦਾ ਤੇ ਮਾਇਆਵਤੀ ਰਾਜ ਦੇ ਵਿੱਚ ਦਲਿਤ ਬੱਚੀਆਂ, ਜਿਵੇਂ ਆ 2 ਦਲਿਤ ਬੱਚੀਆਂ ਦੇ ਨਾਲ ਹੋਇਆ ਆ, ਤੇ ਕੀ ਗੱਲ ਇਹਨਾਂ ਦੇ ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਸਾਰਾ ਕੁਝ ਘਟਨਾ ਨੂੰ ਅੰਜਾਮ ਦਿੱਤਾ, ਕੀ ਗੱਲ ਉਹ ਲੋਕਾਂ ਦੀ ਨਜ਼ਰ ਤੋਂ ਬਚੇ ਰਹਿ ਜਾਂਦੇ? ਤੁਸੀਂ ਇਹ ਦੇਖੋ ਵੀ ਜਦੋਂ ਮਾਇਆਵਤੀ ਜੀ ਦਾ ਰਾਜ ਸੀ, ਜਦੋਂ UP ਦੇ CM ਸਨ, ਉਹ ਆਪਾਂ ਇੱਕ ਸਪੈਸ਼ਲ ਇੰਟਰਵਿਊ ਰੱਖ ਲਾਂਗੇ, ਮੈਂ ਉਹਨਾਂ ਦੇ ਅੰਕੜੇ ਲੈ ਕੇ ਆਉਂਗਾ ਤੁਹਾਡੇ ਕੋਲ UP ਦੇ ਕਢਾ ਕੇ, ਵੀ ਉਸ ਸਮੇਂ ਦੇ ਵਿੱਚ ਦਲਿਤ ਬੱਚੀਆਂ ਦਾ ਕੀ ਹਾਲਾਤ ਸਨ ਉੱਥੇ। ਉਹਨਾਂ ਦੇ ਜਿਹੜੇ MLA ਸੀ ਸਾਰੇ ਸਵਰਨ ਜਾਤੀਆਂ ਦੇ ਸੀ, ਉਹਨਾਂ ਦੇ ਜਿੰਨੇ ਚੌਧਰੀ ਸੀ ਸਾਰੇ ਸਵਰਨ ਜਾਤੀਆਂ ਦੇ ਸੀ, ਠਾਕੁਰਾਂ ਦੇ ਸੀ, ਪੰਡਤਾਂ ਦੇ ਸੀ, ਬਾਣੀਆਂ ਦੇ ਸੀ, ਉੱਚ ਜਾਤੀਆਂ ਦੇ ਸੀ। ਉਹਨਾਂ ਕੋਲ BSP ਦੇ ਜਿਹੜੇ ਲੀਡਰ ਸੀ, ਤੁਸੀਂ ਚੈੱਕ ਕਰਕੇ ਦੇਖ ਲਓ, ਉਹਨਾਂ ਦੀ ਵਿਧਾਨ ਸਭਾ ਦੇ MLA ਦੇ ਨਾਂ ਕੱਢ ਕੇ ਦੇਖ ਲਓ ਨੈਟ ਤੋਂ, ਵੀ ਉਹਨਾਂ ਕੋਲ ਕੋਈ ਦਲਿਤ MLA ਨਹੀਂ ਸੀ ਬਣਾਉਂਦੇ। ਉਹਨਾਂ ਨੇ ਉੱਥੇ ਦਾ ਸਿਸਟਮ ਜਿਹੜਾ ਬੈਂਕ ਵੋਟ ਸੀ, ਮੁਸਲਮਾਨ ਸੀ, ਠਾਕੁਰ ਸੀ, ਪੰਡਤ ਸੀ, ਉਹਨਾਂ ਨੂੰ ਆਪਣੇ ਦਿਲ ਨਾਲ ਲਾਇਆ ਹੋਇਆ ਸੀ, ਦਲਿਤ ਪਰਿਵਾਰਾਂ ਨੂੰ ਨਹੀਂ। ਸਿਰਫ ਕੁਰਸੀ ਤੇ ਰਾਜ ਕਰਦੇ ਸੀ। ਹਾਂ, ਤੁਸੀਂ ਇਤਿਹਾਸ ਕੱਢ ਕੇ ਦੇਖ ਲਓ, ਆਨਲਾਈਨ ਹੈ।
ਵੀ ਇਹਨਾਂ ਕੋਲ ਕਿੰਨੇ ਬ੍ਰਾਹਮਣ ਐਮਐਲਏ ਸੀ, ਕਿੰਨੇ ਬਾਣੀਆ ਐਮਐਲਏ ਸੀ, ਕਿੰਨੇ ਠਾਕੁਰ ਐਮਐਲਏ ਸੀ। ਉੱਥੇ ਜਿਹੜੀ ਬਹੁਤ ਗਿਣਤੀ ਸੀ ਪਿੰਡਾਂ ਦੇ ਵਿੱਚ, ਜਿਹੜੇ ਚੌਧਰੀ ਸੀ, ਜਿਹੜੇ ਸਰਮਾਏਦਾਰ ਲੋਕ ਸੀ, ਸਵਰਨ ਜਾਤੀਆਂ ਦੇ ਸੀ। ਇਹਨਾਂ ਨੇ ਸਿਰਫ ਆਪਣੀ ਕੁਰਸੀ ਨੂੰ, ਮੁੱਖ ਮੰਤਰੀ ਜੀ ਨੂੰ ਸੇਫ ਰੱਖਣ ਲਈ, ਚਾਹੇ ਉਹ ਸੀ, ਚਾਹੇ ਅਖਿਲੇਸ਼ ਯਾਦਵ ਜੀ ਸੀ, ਚਾਹੇ ਉਹ ਮੁਲਾਇਮ ਸਿੰਘ ਯਾਦਵ ਜੀ ਸੀ, ਇਹਨਾਂ ਲੋਕਾਂ ਨੇ ਬਦਮਾਸ਼ੀ ਨੂੰ ਬੜਾਵਾ ਦਿੱਤਾ। ਇਹਨਾਂ ਲੋਕਾਂ ਨੇ ਕ੍ਰਾਈਮ ਨੂੰ ਬੜਾਵਾ ਦਿੱਤਾ। ਇਹਨਾਂ ਨੇ 20 ਬੀਜੇ ਉੱਥੇ। ਜੱਜ ਇਹ ਸਾਧ ਆ ਕੇ ਬੈਠ ਗਿਆ, ਇਹਨੇ ਉਸ ਕ੍ਰਾਈਮ ਨੂੰ ਨੱਥ ਪਾਤੀ। ਇਹਨੇ ਕਿਸੇ ਪ੍ਰਕਾਰ ਦੇ, ਕਿਉਂਕਿ ਇਹਦਾ ਕਿਹੜਾ ਬੱਚਾ ਰੋਂਦਾ ਵੀਰ ਜੀ, ਬੱਚੇ ਰੋਂਦੇ ਦੀ ਗੱਲ ਨਹੀਂ, ਤਾਂ ਹੀ ਤਾਂ ਫਿਰ ਬੱਚਿਆਂ ਦਾ ਦਰਦ ਨਹੀਂ ਆ ਰਿਹਾ। ਜੇ ਬੱਚਾ ਰੋਂਦਾ ਹੁੰਦਾ ਤਾਂ ਫਿਰ ਬੱਚਿਆਂ ਦਾ ਦਰਦ ਵੀ ਆਉਂਦਾ ਨਾ। ਦੇਖੋ ਇਹੀ ਚੀਜ਼ ਤੁਸੀਂ ਇਹਨਾਂ ਦਾ ਬਿਆਨ ਦੇਖ ਲਓ ਯਾਰ, ਬਿਆਨ ਜਿਤਨੇ ਵੀ ਆ ਰਹੇ ਨੇ ਮੁਸਲਮਾਨਾਂ ਦੇ ਖਿਲਾਫ ਕਿਵੇਂ ਅੱਗ ਉਗਲੀ ਜਾ ਰਹੀ ਹੈ। ਤੁਸੀਂ ਕਹਿੰਦੇ ਸਾਧ ਬੰਦਾ, ਜੇ ਸਾਧ ਬੰਦਾ ਹੁੰਦਾ ਤਾਂ ਸਾਰਿਆਂ ਨੂੰ ਗੱਲ ਲਾਉਂਦਾ ਨਾ ਯਾਰ। ਸਾਰਿਆਂ ਨੂੰ ਲਾ ਰਹੇ, ਦੱਸੋ ਦੱਸੋ ਮੈਨੂੰ ਇੱਕ ਮੁਸਲਮਾਨ ਬੱਚੀ ਨਾਲ ਰੇਪ ਹੋਇਆ ਹੋਵੇ ਕਦੀ ਉੱਥੇ? ਨਹੀਂ, ਚਲੋ ਹੁਣੇ ਤੁਸੀਂ ਕਹਿ ਕੇ ਹਟੇ ਵੀ ਬੱਚੀ ਹੈ। ਹਾਂ, ਮੁਸਲਮਾਨਾਂ ਦੇ ਖਿਲਾਫ ਦਿੱਤੇ ਹੋਏ ਬਿਆਨ ਅੱਜ ਵੀ YouTube ਦੇ ਉੱਪਰ ਨੇ। ਉਹਦੇ ਨਿੱਜੀ ਵਿਚਾਰ ਹੋ ਸਕਦੇ ਆ, ਪਰ ਐਜ ਏ ਸੀਐਮ ਦੇਖੋ, ਐਜ ਏ ਸੀਐਮ ਮੇਰੀ ਗੱਲ ਸੁਣੋ, ਐਜ ਏ ਸੀਐਮ ਦਾ ਬਿਆਨ ਕਦੋਂ ਤੇ ਨਿੱਜੀ ਵਿਚਾਰ ਕਦੋਂ ਇਹਨਾਂ ਨੂੰ ਕਦੋਂ ਲਿਖ ਨਿੱਜੀ ਵਿਚਾਰ ਉਦੋਂ ਤੱਕ ਸੀ ਜਦੋਂ ਤੱਕ ਉਹ ਉਸ ਡੇਰੇ ਦਾ ਮੰਤ ਸੀ, ਉਹ ਮੁੰਡਲੇਸ਼ਵਰ ਸੀ। ਠੀਕ ਹੈ, ਉਸ ਸਿਸਟਮ ਤੱਕ ਚੱਲਿਆ ਉਹ। ਠੀਕ ਹੈ, ਜਿੱਦਾਂ ਦਾ ਉਹ ਸੀਐਮ ਦੀ ਐਡਮਿਨਿਸਟ੍ਰੇਸ਼ਨ ਦੀ ਆ ਕੇ ਕੁਰਸੀ ਤੇ ਬੈਠਾ ਹੈ, ਉਦਣ ਦਾ ਮੇਰੇ ਨਜ਼ਰੀਏ ਨਾਲ ਉਹਦੇ ਜ਼ਮੀਨ ਸ਼ਹਿਰਾਂ ਦੇ ਨਾਮ ਉਦੋਂ ਬਾਅਦ ਚੇਂਜ ਹੋਏ ਨੇ। ਸ਼ਹਿਰਾਂ ਦੇ ਨਾਮ ਉਸ ਤੋਂ ਬਾਅਦ ਚੇਂਜ ਹੋਏ ਨੇ। ਠੀਕ ਹੈ, ਜੇ ਉਸ ਤੋਂ ਬਾਅਦ ਵੀ ਆਪਾਂ ਗੱਲ ਕਰੀਏ ਮੁਸਲਮਾਨਾਂ, ਮੈਂ ਸ਼ਹਿਰਾਂ ਦੇ ਨਾਮਾਂ ਤੇ ਆਣਾ, ਜਿਹੜੇ ਸ਼ਹਿਰਾਂ ਦੇ ਨਾਂ ਸੀ ਪਹਿਲਾਂ ਉਹਨਾਂ ਨੇ ਚੇਂਜ ਕੀਤੇ। ਸਾਡੀ ਸੰਸਕ੍ਰਿਤੀ ਨਾਲ ਛੇੜਛਾੜ ਤਾਂ ਮੁਗਲਾਂ ਨੇ ਕੀਤੀ ਆ ਕੇ। ਜੇ ਮੁਗਲਾਂ ਨੇ ਛੇੜਛਾੜ ਕੀਤੀ ਹੈ, ਅੱਜ ਸਾਡੇ ਕੋਲ ਉਹਨਾਂ ਕੋਲ ਰਾਜ ਭਾਗ ਆਇਆ, ਉਹਨਾਂ ਨੇ ਤਾਕਤ ਆਈ ਹੈ, ਉਹ ਦੁਬਾਰਾ ਕਿਉਂ ਨਾ ਦੱਸਣ ਆਪਣੇ ਦੇਸ਼ ਦੇ ਬੱਚਿਆਂ ਨੂੰ ਵੀ ਇਹ ਜਿਹੜੀ ਚੀਜ਼ ਸੀ ਇਹ ਸੀ, ਇਹਨੂੰ ਚੇਂਜ ਕਰਕੇ ਇਹ ਕੀਤਾ ਗਿਆ ਸੀ। ਉਹਦੇ ਚ ਕੀ ਦਿੱਕਤ ਆ ਉਹਨਾਂ ਨੂੰ? ਨਹੀਂ, ਤੁਸੀਂ ਕੀ ਦਾਵਾ ਕਰਦੇ ਹੋ ਵੀ ਉਹਨਾਂ ਨੇ ਨਾਮ ਜਿਹੜੇ ਉਹ ਸਾਰੇ ਨਾਮ ਚੇਂਜ ਕੀਤੇ ਸੀ, ਜਿਹੜੇ ਇਹਨਾਂ ਨੇ ਸੈੱਟ ਕਰ ਦਿੱਤੇ? ਬਿਲਕੁਲ ਕੀਤੇ ਸੀ। ਇਤਿਹਾਸ ਬੋਲਦਾ, ਜੇ ਇਤਿਹਾਸ ਬੋਲਦਾ ਤਾਂ ਹੀ ਉਹ ਚੇਂਜ ਕਰ ਰਿਹਾ। ਬਿਨਾਂ ਇਤਿਹਾਸ ਬੋਲਣ ਤੋਂ ਤਾਂ ਨਹੀਂ ਚੇਂਜ ਕੀਤੇ ਜਿਹਨੇ। ਨਹੀਂ, ਜਿੰਨਾ ਪੈਸਾ ਹੁਣ ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਲਾ ਰਹੇ ਹਾਂ, ਜੇ ਇੰਨਾ ਪੈਸਾ ਬੱਚਿਆਂ ਨੂੰ ਐਜੂਕੇਟਡ ਕਰਨ ਦੇ ਉੱਪਰ ਲਾ ਦਈਏ ਤੇ ਮੇਰੇ ਖਿਆਲ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਦੇ ਸਾਹਮਣੇ ਆਉਣ ਹੀ ਨਾ, ਜਿਹੋ ਜਿਹਾ ਹੁਣ ਯੂਪੀ ਤੋਂ ਆ ਰਹੀਆਂ ਨੇ। ਮਖੂ ਸਾਹਿਬ ਤੁਸੀਂ ਦੇਖੋ, ਪੰਜਾਬ ਦੇ ਵਿੱਚ ਜਿਹੜੇ ਰੇਪ ਹੋਏ, ਪੰਜਾਬ ਦੇ ਵਿੱਚ ਤਾਂ ਇੱਕ ਪੜ੍ਹਿਆ ਲਿਖਿਆ ਸੀਐਮ ਹੈ। ਠੀਕ ਹੈ, ਤੁਸੀਂ ਦੇਖ ਲਓ ਆ 6 ਮਹੀਨੇ ਦੇ ਪਿਛਲੇ 6 ਮਹੀਨੇ ਦੇ ਝਾਤ ਮਾਰ ਲਈਏ ਤੇ 3 4 5 ਰੇਪ ਇਸ ਤਰ੍ਹਾਂ ਦੇ ਹੋਏ ਆ ਵੀ ਜਿਹੜੇ ਸਾਡੇ ਵੀ ਪੰਜਾਬ ਸਰਕਾਰ ਨੇ ਮਿੱਟੀ ਪਾਤੀ, ਦੱਬ ਤੇ, ਉਹ ਸਾਹਮਣੇ ਨਹੀਂ ਆਣ ਦਿੱਤੇ ਕਿਸੇ ਪ੍ਰਕਾਰ। ਅਖਬਾਰਾਂ 'ਚ ਆ ਗਈਆਂ, ਛੋਟੇ ਮੋਟੇ YouTube ਚੈਨਲਾਂ ਤੇ ਆ ਗਈਆਂ, ਉਹ ਘਟਨਾਵਾਂ ਨੂੰ ਸਾਹਮਣੇ ਨਹੀਂ ਆਣ ਦਿੱਤਾ ਸਰਕਾਰਾਂ ਨੇ। ਇੱਥੇ ਤਾਂ ਪੜ੍ਹੇ ਲਿਖੇ ਲੋਕ ਨੇ, ਐਜੂਕੇਟਡ ਨੇ। ਗੱਲ ਇਹ ਆ, ਦਰਿੰਦੇ ਜਿਹੜੇ ਆ ਉਹ ਕਿਸੇ ਸਟੇਟ ਜਾਂ ਕਿਸੇ ਧਰਮ ਜਾਂ ਕਿਸੇ ਪ੍ਰਾਂਤ ਨਾਲ ਸੰਬੰਧਿਤ ਨਹੀਂ। ਦਰਿੰਦਗੀ ਜਿਹੜੀ ਹੈ ਇਹ ਰਾਖਸ਼ ਲੋਕ ਨੇ, ਇਹ ਸਿਰਫ ਮੌਤ ਦੇ ਗਾਹਕ ਨੇ ਜੀ। ਜਦ ਤੱਕ ਇਹਨਾਂ ਨੂੰ ਮੌਤ ਨਹੀਂ ਦਿੱਤੀ ਜਾਂਦੀ, ਇਹਨਾਂ ਦਾ ਕ੍ਰਾਈਮ ਹੈ ਜਿਹੜਾ ਨਹੀਂ ਸਮਾਪਤ ਹੋ ਸਕਦਾ। ਆਪਣੀ ਤਾਂ ਵਿਕਸਿਤ ਸਟੇਟ ਹੈ ਪੰਜਾਬ, ਵਿਕਸਿਤ ਸਟੇਟ ਹੋਣ ਦੇ ਬਾਵਜੂਦ ਤੁਸੀਂ ਦੇਖ ਲਓ ਪਿੱਛੇ ਸੰਗਰੂਰ 'ਚ ਘਟਨਾ ਵਾਪਰੀ ਸੀ, ਹੋਰ ਥਾਵਾਂ ਤੇ ਵਾਪਰੀ ਸੀ, ਰੋਪੜ ਦੇ ਕੋਲ ਸੁਣਨ 'ਚ ਆਇਆ ਸੀ। ਇਹ ਲੋਕ ਫਿਰ ਇੱਥੇ ਕਿਹੜਾ ਕੈਪਟਨ ਸੀਐਮ ਨੇ ਇਹਨੂੰ ਕੰਟਰੋਲ ਕਰ ਲਿਆ? ਨਹੀਂ ਹੁੰਦੀਆਂ। ਇਹ ਲੋਕਾਂ ਨੂੰ ਜਦ ਤੱਕ ਪ੍ਰਾਈਮ ਮਿਨਿਸਟਰ ਇੱਕ ਆਰਡੀਨੈਂਸ ਪਾਸ ਨਹੀਂ ਕਰਦਾ, ਉੱਥੇ ਅੱਖਾਂ ਬੰਦ ਕਰਕੇ ਬੈਠਾ। ਸੁਪਰੀਮ ਕੋਰਟ ਦੇ ਵਿੱਚ ਨਹੀਂ ਆਪਣਾ ਇੰਟਰਸਟ ਦਿਖਾਉਂਦੀ। ਜਿੱਥੇ ਬੱਚੀਆਂ ਨੂੰ ਮਰਡਰ ਮਾਫ ਕੀਤਾ ਰੇਪ ਦੇ ਮਾਮਲੇ 'ਚ, ਉੱਥੇ ਹੀ ਬੱਚੀਆਂ ਦੇ ਭਰਾ ਤੇ ਪਿਓ ਨੂੰ ਉਹ ਮਾਫ ਕਰ ਦੇਣਾ ਚਾਹੀਦਾ ਜਾਂ ਨਰਮਾਈ ਨਾਲ ਦੇਖਣਾ ਚਾਹੀਦਾ ਕੇਸ ਦੇ ਸੰਬੰਧ 'ਚ। ਉਸੇ ਦਿਨ ਤੋਂ ਇਹ ਜਿਹੜੀਆਂ ਘਟਨਾਵਾਂ ਨੇ ਸਮਾਪਤ ਹੋ ਇਹ ਪੱਖ ਹੋ ਗਿਆ। ਇੱਕ ਪੱਖ ਮੈਂ ਥੋੜੇ ਜਿਹੇ ਸ਼ਬਦਾਂ ਵਿੱਚ ਲੈਣਾ ਚਾਹਾਂਗਾ, ਉਹਦੇ ਤੋਂ ਥੋੜਾ ਜਿਹਾ ਮੈਂ ਚਾਹਾਂਗਾ ਵੀ ਸਾਨੂੰ ਅਗਲੇ ਪਾਸੇ ਦੀ ਚੀਜ਼ ਕਲੀਅਰ ਹੋ ਜਾਵੇ। ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਕੋਈ ਐਸਾ ਆਰਡੀਨੈਂਸ ਪਾਸ ਕਰਨਾ ਚਾਹੀਦਾ ਆ ਜਿੱਤੇ ਬਲਾਤਕਾਰੀਆਂ ਦੇ ਵਾਸਤੇ ਪੈਮਾਨਾ ਹੋਵੇ, ਭਾਵੇਂ ਉਹ 14 ਸਾਲ ਦਾ ਹੈ ਤੇ ਭਾਵੇਂ ਉਹ 18 ਸਾਲ ਦਾ ਹੈ। ਇਹ ਨਹੀਂ ਵੀ ਜੇ 18 ਸਾਲ ਤੋਂ ਘੱਟ ਹੈ ਤੁਹਾਨੂੰ ਛੱਡ ਦਿਓ, ਚਲੋ ਕੋਈ ਗੱਲ ਨਹੀਂ ਜੀ। ਉਹਨੂੰ ਕਹਿੰਦਾ ਵੀ ਯਾਰ ਕੀ ਹੋ ਗਿਆ ਪਹਿਲਾਂ, ਹੁਣ ਗਾਂ ਕੀ ਹੋ ਜਾਏਗਾ, ਉਹ ਫਿਰ ਕ੍ਰਾਈਮ ਕਰੇਗਾ, ਉਹ ਕ੍ਰਾਈਮ ਕਰੇਗਾ। ਪਰ ਕਿਤੇ ਨਾ ਕਿਤੇ ਸਾਨੂੰ ਆਪਣੇ ਪਿਛੋਕੜ ਦੀਆਂ ਕੁਝ ਘਟਨਾਵਾਂ ਵੀ ਪ੍ਰਭਾਵਿਤ ਨਹੀਂ ਕਰਦੀਆਂ, ਜਿਵੇਂ ਦੇਵਦਾਸੀ ਪ੍ਰਥਾ ਹੋ ਗਈ, ਬੜਾ ਲੰਮਾ ਸਮਾਂ ਚੱਲੀ ਹੈ। ਸਹੀ ਹੈ ਗੱਲ ਤੁਹਾਡੀ, ਪਰ ਗੱਲ ਇਹ ਆ, ਦੇਖੋ ਮੁਖੀ ਸਾਹਿਬ, ਜਿਹੜੀਆਂ ਘਟਨਾਵਾਂ ਸੀ ਜਾਂ ਜਿਹੜੀਆਂ ਪ੍ਰਥਾਵਾਂ ਸੀ, ਅੱਜ ਤਾਂ ਲੋਕਾਂ ਨੂੰ ਇਹਨਾਂ ਨੂੰ ਸਕੂਲ ਤੋਂ ਪੜ੍ਹ ਕੇ ਆ ਕੇ ਜ਼ਰੂਰੀ ਕੰਮ ਦੀ ਐਪਲੀਕੇਸ਼ਨ ਯਾਦ ਨਹੀਂ ਰਹਿੰਦੀ, ਇਤਿਹਾਸ ਨਹੀਂ ਯਾਦ ਰਹਿੰਦਾ। ਤੁਸੀਂ ਜਿਹੜੇ ਬੰਦੇ ਬਲਾਤਕਾਰੀਏ ਨੇ ਜਾਂ ਜਿਹੜੇ ਬਲਾਤਕਾਰ ਤੋਂ ਬਿਨਾਂ ਵੀ ਨੇ, ਠੀਕ ਹੈ, ਨਸ਼ੇੜੀਏ ਨੇ, ਹੋਰ ਨੇ, ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਆਪਣੇ ਪੜਦਾਦੇ ਦਾ ਨਾਂ ਨਹੀਂ ਦੱਸ ਸਕਦੇ। ਇਹਨਾਂ ਨੂੰ ਇਤਿਹਾਸ ਕਿੱਥੋਂ ਯਾਦ ਰਹਿਣਾ? ਇਹਨਾਂ ਨੂੰ ਪਰੰਪਰਾਵਾਂ ਕਿੱਥੋਂ ਯਾਦ ਰਹਿਣੀ ਹੈ? ਇਹੋ ਜਿਹੀ ਕੋਈ ਗੱਲ ਨਹੀਂ। ਗੱਲ ਇਹ ਆ ਵੀ ਹਿੰਦੁਸਤਾਨ ਦੀ ਧਰਤੀ ਨਸ਼ੇ ਦੀ ਮਾਰ ਹੇਠ ਹੈ। ਭਾਰਤ ਦੇ ਕਿਸੇ ਮੰਦਿਰ ਦੇ ਵਿੱਚ ਦੇਵਦਾਸੀ ਪ੍ਰਥਾ ਨਹੀਂ ਚੱਲਦੀ? ਤਕਰੀਬਨ ਨਹੀਂ ਹੈਗੀ, ਕਿਤੇ ਵੀ ਨਹੀਂ ਹੈਗੀ ਨਾ। ਜਿਹੜੀਆਂ ਬ੍ਰਹਮ ਕੁਮਾਰੀਆਂ ਨੇ ਉਹ ਆਪਣੇ ਪੱਧਰ ਤੇ ਉਹਨਾਂ ਦਾ ਆਪਣਾ ਮਿਸ਼ਨ ਹੈ, ਆਪਣਾ ਸਿਸਟਮ ਹੈ। ਉਹ ਜਿਹੜੀਆਂ ਵੀ ਧੀਆਂ ਭੈਣਾਂ ਜਾਂ ਲੇਡੀਜ਼ ਜਿਹੜੀਆਂ ਆਪਣੇ ਜੀਵਨ ਨੂੰ ਤਿਆਗ ਕੇ, ਸਿਸਟਮ ਨੂੰ ਤਿਆਗ ਕੇ, ਉਹ ਆਪਣੀ ਜ਼ਿੰਦਗੀ ਆਪਣੇ ਪੱਧਰ ਤੇ ਤਪੱਸਿਆ ਕਰਕੇ ਜੀ ਰਹੀਆਂ ਨੇ। ਪਰ ਉਹ ਨਹੀਂ ਹੈਗੀ ਪ੍ਰਥਾ ਕਿਤੇ ਵੀ। ਸਿਰਫ ਭੈਣਾਂ ਜਿਹੜੀਆਂ ਜੀ ਰਹੀਆਂ ਆਪਣੇ ਪੱਧਰ ਤੇ ਜੀ ਰਹੀਆਂ, ਗ੍ਰਸਤ ਤੋਂ ਬਿਨਾਂ।
ਉਹਨਾਂ ਦੇ ਆਪਣੀ ਬ੍ਰਹਮ ਲੀਨਤਾ ਉਹ ਆਪਣਾ ਆਪ ਕਰ ਰਹੀਆਂ ਜ਼ਿੰਦਗੀ ਨੂੰ। ਅਜਿਹੀ ਪ੍ਰਥਾ ਨਹੀਂ ਕਿਤੇ ਵੀ। ਸੋ ਦਰਸ਼ਕੋ, ਗੱਲ ਇਹ ਹੈ ਕਿ ਧੀ ਭਾਵੇਂ ਕਿਸੇ ਹਿੰਦੂ ਭਰਾ ਦੀ ਹੋਵੇ, ਕਿਸੇ ਮੁਸਲਮਾਨ ਦੀ ਹੋਵੇ, ਸਿੱਖ ਦੀ ਹੋਵੇ, ਈਸਾਈ ਦੀ ਹੋਵੇ, ਬੋਧੀ ਦੀ ਹੋਵੇ, ਜੈਨੀ ਦੀ ਹੋਵੇ, ਮੈਨੂੰ ਇੰਝ ਲੱਗਦਾ ਵੀ ਧੀ ਤੇ ਧੀ ਹੁੰਦੀ ਹੈ। ਔਰ ਜਦੋਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਐਸਾ ਸੁਣਨ ਨੂੰ ਮਿਲਦਾ ਸੀ ਕਿ ਜਿਸ ਘਰ ਦੇ ਵਿੱਚ ਪੁੱਤ ਹੋ ਜਾਂਦਾ ਸੀ, ਬੜਾ ਚਾਅ ਚੜਾਇਆ ਜਾਂਦਾ ਸੀ। ਜਦੋਂ ਚਿਹਰੇ ਡਿਮ ਜਿਹੇ ਲੱਗਦੇ ਸਨ ਤੇ ਲੋਕ ਕਹਿੰਦੇ ਨਾ ਘਰ ਧੀ ਜੰਮੀ ਹੋਣੀ ਹੈ। ਤੇ ਕਈ ਵਾਰੀ ਮਾਈਆਂ ਵੀ ਇਹ ਗੱਲ ਕਹਿ ਦਿੰਦੀਆਂ ਹੁੰਦੀਆਂ ਸੀ, ਜਦੋਂ ਜਾਣਾ ਨਾ ਤੇ ਬੱਚੇ ਦੇ ਮੂੰਹ ਤੇ ਹੱਥ ਫੇਰ ਕੇ, ਚੱਲ ਕੋਈ ਨਾ, ਮਨ ਭੈੜਾ ਨਾ ਕਰ, ਗਾਂ ਰੱਬ ਕੋਈ ਚੰਗੀ ਚੀਜ਼ ਦੇਊ। ਤੇ ਮਨ 'ਚ ਖਿਆਲ ਆਉਂਦਾ ਹੁੰਦਾ ਸੀ ਵੀ ਕੀ ਧੀਆਂ ਮਾੜੀਆਂ ਹੁੰਦੀਆਂ ਨੇ, ਧੀਆਂ ਘਰ ਦੀ ਰੌਣਕ ਹੁੰਦੀਆਂ ਨੇ। ਇਸ ਤਰ੍ਹਾਂ ਦਾ ਖਿਆਲ ਸਾਡੇ ਪਰਿਵਾਰਾਂ ਦੇ ਵਿੱਚ ਆਇਆ ਕਿਉਂ? ਕਈ ਵਾਰੀ ਤੇ ਇੱਥੋਂ ਤੱਕ ਵੀ ਗੱਲ ਸੁਣਨ ਦੇ ਵਿੱਚ ਆ ਜਾਂਦੀ ਹੁੰਦੀ ਸੀ, ਲੈ ਪੱਥਰ ਜੰਮ ਕੇ ਧਰਤਾ, ਕੁੜੀ ਵਾਸਤੇ ਧੀ ਵਾਸਤੇ ਸ਼ਬਦ ਪੱਥਰ ਵੀ ਆ ਜਾਂਦਾ ਹੁੰਦਾ ਸੀ। ਜਿਸ ਗੁਰੂ ਨੇ ਗੁਰਬਾਣੀ ਦੇ ਵਿੱਚ ਇਹ ਬਚਨ ਸਾਨੂੰ ਸਮਝਾਏ ਹੋਣ, ਪੜ੍ਹਾਏ ਹੋਣ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮਹਿ ਰਾਜਾਨ। ਜਿਸ ਗੁਰੂ ਦੇ ਘਰ ਦੇ ਵਿੱਚੋਂ ਆਵਾਜ਼ ਨਿਕਲੀ ਹੋਵੇ, ਪਰ ਬੇਟੀ ਕੋ ਬੇਟੀ ਜਾਣਾ ਹੈ, ਵੀ ਕਿਸੇ ਦੀ ਵੀ ਧੀ ਹੋਵੇ ਉਹਨੂੰ ਆਪਣੀ ਧੀ ਸਮਝੋ। ਭਾਵੇਂ ਕਿ ਮੇਰੇ ਨਾਲ ਬੈਠੇ ਨੇ ਗੱਗੀ ਪੰਡਤ, ਸੰਤ ਬਾਬਾ ਜਰਨੈਲ ਸਿੰਘ ਜੀ ਦੀ ਵਿਚਾਰਧਾਰਾ ਦੇ ਨਾਲ ਹੋ ਸਕਦਾ ਇਹਨਾਂ ਦੀ ਅਸਹਿਮਤੀ ਵੀ ਹੋਵੇ, ਹੋ ਸਕਦਾ ਸਹਿਮਤੀ ਵੀ ਹੋਵੇ, ਪਰ ਮੈਂ ਕਿਸੇ ਨੂੰ ਮਜਬੂਰ ਨਹੀਂ ਕਰਾਂਗਾ ਵੀ ਜੋ ਮੈਂ ਕਹਿ ਰਿਹਾ ਮੈਂ ਤੁਸੀਂ ਉਹਨਾਂ ਗੱਲਾਂ ਨਾਲ ਸਹਿਮਤ ਹੋਵੋ, ਜਾਂ ਜੋ ਤੁਸੀਂ ਗੱਲਾਂ ਕਰਦੇ ਪਏ ਹੋ ਤੁਹਾਡੇ ਨਾਲ ਸਹਿਮਤ ਹੋਵਾਂ। ਪਰ ਕਿਤੇ ਕਿਤੇ ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਵੀ ਯਾਦ ਆ ਜਾਂਦੀਆਂ ਹੁੰਦੀਆਂ ਸਨ ਕਿ ਜੇ ਕੋਈ ਕਿਸੇ ਦੀ ਧੀ ਨਾਲ ਵਧੀਕੀ ਕਰਦਾ, ਉਹਨੂੰ ਗੱਡੀ ਚਾੜ ਕੇ ਤੁਸੀਂ ਮੇਰੇ ਕੋਲ ਆ ਜਾਓ ਤੇ ਤੁਹਾਨੂੰ ਮੈਂ ਆਪੇ ਸਾਂਭ ਲਵਾਂਗਾ। ਉਹ ਗੱਲਾਂ ਕਈ ਵਾਰੀ ਜਦੋਂ ਕੰਨਾਂ ਦੇ ਵਿੱਚ ਪੈਂਦੀਆਂ ਨੇ, ਤੇ ਜਦੋਂ ਇਹੀ ਗੱਲ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸਨ ਤੇ ਭਾਰਤ ਦੇ ਕੁਝ ਲੋਕ ਕਹਿੰਦੇ ਸੀ ਇਹ ਅੱਤਵਾਦੀ ਏ, ਇਹ ਵੱਖਵਾਦੀ ਹੈ। ਤੇ ਹੁਣ ਜਦੋਂ ਰੇਪ ਵਰਗੀ ਘਟਨਾ ਆਉਂਦੀ ਹੈ ਤੇ ਸਾਰੇ ਭਾਰਤ ਦੇ ਲੋਕ ਇਹ ਗੱਲ ਕਹਿ ਰਹੇ ਨੇ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਹੁਣ ਵੱਖਵਾਦੀ ਕੌਣ ਹੈ ਤੇ ਅੱਤਵਾਦੀ ਕੌਣ ਹੈ? ਕੀ ਬਾਬਾ ਜਰਨੈਲ ਸਿੰਘ ਦੀਆਂ ਉਦੋਂ ਦੀਆਂ ਕਹੀਆਂ ਹੋਈਆਂ ਗੱਲਾਂ ਅੱਜ ਵੀ ਲੋਕਾਂ ਨੂੰ ਚੇਤੇ ਨਹੀਂ? ਜੇ ਉਸ ਤਰੀਕੇ ਦੀਆਂ ਗੱਲਾਂ ਉਦੋਂ ਕੁਝ ਲੋਕਾਂ ਨੂੰ ਇਹੋ ਜਿਹੀ ਸਜ਼ਾ ਮਿਲੀ ਹੁੰਦੀ ਤੇ ਸ਼ਾਇਦ ਅੱਜ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਦੀਆਂ। ਮੁੱਕਦੀ ਗੱਲ ਇਹ ਹੈ ਵੀ ਧੀਆਂ ਤੇ ਧੀਆਂ ਹੁੰਦੀਆਂ ਨੇ। ਜੇ ਕਿਸੇ ਵੀ ਧੀ ਦੇ ਨਾਲ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਤੇ ਸਾਡੇ ਭਾਰਤ ਦੇ ਲੋਕਾਂ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਹੈ, ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਔਰ ਬੁਲੰਦ ਆਵਾਜ਼ ਦੇ ਵਿੱਚ ਬਲਾਤਕਾਰੀਆਂ ਦੇ ਵਿਰੋਧ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਉਸ ਬੱਚੀ ਦੇ ਲਈ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ। ਵੀ ਜੀ ਜਿਵੇਂ ਹੁਣ ਇਹ ਘਟਨਾ ਵਾਪਰੀਆਂ, 2-3 ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆ ਗਈਆਂ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ, ਇਸ ਕਰਕੇ ਗੱਲ ਬਹੁਤ ਵੱਡੇ ਪੱਧਰ ਦੇ ਉੱਪਰ ਆ ਜਾਂਦੀ ਹੈ। ਪਰ ਜਦੋਂ ਇਹ ਚੀਜ਼ ਆ ਜਾਂਦੀ ਹੈ, ਆਪਾਂ ਕਹਿੰਦੇ ਹਾਂ ਧੀਆਂ ਧੀਆਂ ਨੇ, ਪਰ ਜਦੋਂ ਦਲਿਤ ਸਮਾਜ ਵਿੱਚੋਂ ਹੀ ਇਹੋ ਜਿਹਾ ਜ਼ਿਆਦਾ ਕੁਝ ਹੋ ਜਾਂਦਾ ਆ ਤੇ ਉਦੋਂ ਕਿਤੇ ਨਾ ਕਿਤੇ ਉਸ ਸਮਾਜ ਦਾ ਵੀ ਅੱਗੇ ਆ ਕੇ ਇਹ ਗੱਲ ਕਹਿਣੀ ਵੀ ਸਾਡੇ ਸਮਾਜ ਨਾਲ ਧੱਕਾ ਹੋ ਰਿਹਾ ਹੈ, ਉੱਥੇ ਆਪਾਂ ਚੁੱਪ ਵੀ ਨਹੀਂ ਕਰਾ ਸਕਦੇ, ਆਪਾਂ ਕਹਾਂਗੇ ਵੀ ਵਾਕਈ ਹੋਇਆ ਜੀ। ਦੇਖੋ, ਧੱਕਾ ਜਿਹੜੀ ਵੀ ਜਾਤ ਨਾਲ ਹੋਇਆ, ਮੈਨੂੰ ਨਹੀਂ ਲੱਗਦਾ ਵੀ ਧੀ ਨੂੰ ਜਾਤ ਨਾਲ ਜੋੜ ਕੇ ਸਿਸਟਮ, ਕਿਉਂਕਿ ਦੇਖੋ ਜਿਹੜੇ ਪੰਜਾਬ ਦੇ ਵਿੱਚ 2-3 ਰੇਪ ਹੋਏ ਸੀ, ਆਪਾਂ ਉਹਨਾਂ ਨੂੰ ਦੁਬਾਰਾ ਹਾਈਲਾਈਟ ਨਹੀਂ ਕਰਨਾ ਚਾਹੁੰਦੇ। ਉਹਦੇ ਵਿੱਚ ਦਲਿਤ ਸਮਾਜ ਦੇ ਵੀ ਨੌਜਵਾਨ ਸਨ, ਠੀਕ ਹੈ। ਫਿਰ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਵੀ ਕਿਹੜੇ ਸਮਾਜ ਨੇ ਕੀਤਾ, ਕਿਹਨੇ ਕੀਤਾ ਤੇ ਕਿਉਂ ਕੀਤਾ। ਇਹ ਦਰਿੰਦੇ ਆ ਜਿਹੜੇ, ਉਹ ਨਾ ਕਿਸੇ ਜਾਤ ਨਾਲ ਸੰਬੰਧ ਰੱਖਦੇ ਆ, ਨਾ ਕਿਸੇ ਧਰਮ ਨਾਲ ਰੱਖਦੇ ਆ। ਤੇ ਧੀ ਜਿਹੜੀ ਹੈ, ਵੈਸੇ ਕੀ ਕਹਿੰਦੇ ਆ, ਸਾਡੀ ਪਰੰਪਰਾ ਸੀ ਵੀ ਔਰਤ ਦੀ ਕੋਈ ਜਾਤ ਨਹੀਂ। ਇਹ ਗੱਲ ਆਮ ਪ੍ਰਚਲਿਤ ਸੀ ਸਾਡੇ ਵੀ, ਔਰਤ ਦੀ ਕੋਈ ਜਾਤ ਨਹੀਂ। ਜਿਸ ਧਰਮ 'ਚ ਉਹਨੇ ਵਿਆਹ ਕਰਾ ਲਿਆ, ਜਿਸ ਧਰਮ 'ਚੋਂ ਵਿਆਹ ਕੇ ਚਲੀ ਗਈ, ਜਿੱਥੇ ਉਹਨੇ ਗ੍ਰਸਤ ਜੀਵਨ ਸ਼ੁਰੂ ਕਰ ਲਿਆ, ਉਹਦਾ ਉਹ ਧਰਮ ਹੈ। ਪਤੀ ਦਾ ਧਰਮ ਹੈ ਜਿਹੜਾ ਔਰਤ ਦਾ ਧਰਮ ਹੈ, ਠੀਕ ਹੈ। ਇਸ ਕਰਕੇ ਜਿਹੜੀ ਧੀ ਹੈ ਉਹ ਤਾਂ ਨਿਰਮਲ ਜਲ ਦੀ ਤਰ੍ਹਾਂ, ਜਦੋਂ ਉਹਨੇ ਵੱਡੀ ਹੋ ਕੇ ਜਿਹੜੇ ਘਰਾਣੇ 'ਚ ਚਲਾ ਜਾਣਾ, ਉਹਦੀ ਉਹ ਕਾਸਟ ਹੈ, ਉਹਦਾ ਉਹ ਧਰਮ ਹੈ, ਠੀਕ ਹੈ। ਜਿਹੜੇ ਵੀ ਲੋਕ ਧੀ ਦੇ ਕਾਸਟ ਨੂੰ ਕਾਸਟ ਮੰਨ ਕੇ ਚੱਲਦੇ ਆ, ਮੇਰਾ ਆਪਣਾ ਨਿੱਜੀ ਵਿਚਾਰ ਹੈ ਵੀ ਉਹਨਾਂ ਤੋਂ ਵੱਡਾ ਮੂਰਖ ਕੋਈ ਨਹੀਂ ਜੀ। ਕਿਉਂਕਿ ਧੀ ਕਿਸੇ ਦੇ ਵੀ ਘਰ ਜਾ ਸਕਦੀ ਹੈ, ਦਲਿਤ ਦੀ ਧੀ ਜੱਟ ਦੇ ਘਰ ਵੀ ਜਾ ਸਕਦੀ ਹੈ। ਅੱਜ ਜਿਹੜੇ ਲਵ ਮੈਰਿਜਾਂ ਕਰਾ ਰਹੇ ਆ ਲੋਕ, ਆਊਟ ਆਫ ਕਾਸਟ ਹੋ ਰਹੀਆਂ, ਮੈਨੂੰ ਨਹੀਂ ਲੱਗਦਾ ਵੀ ਕਿਤੇ ਕਾਸਟਿਜ਼ਮ ਦਾ ਜਿਹੜਾ ਧੀ ਤੇ ਅਸਰ ਹੈ, ਠੀਕ ਹੈ ਨਾ। ਲੋਕ ਜਿਹੜੇ ਧੀ ਜੰਮਣ ਤੋਂ ਡਰਦੇ ਆ, ਸਿਰਫ ਇਹਨਾਂ ਹਾਲਾਤਾਂ ਕਰਕੇ ਡਰਦੇ ਆ, ਧੀ ਦੀ ਸੁਰੱਖਿਆ ਤੋਂ ਡਰਦੇ ਆ। ਹੋਰ ਧੀਆਂ ਨਾ ਤਾਂ ਪੁੱਤਾਂ ਤੋਂ ਵੱਧ ਰੋਟੀ ਖਾਂਦੀਆਂ, ਤੇ ਮਾਪਿਆਂ ਦਾ ਜਿਹੜਾ ਸਤਿਕਾਰ ਹੈ, ਪਿਆਰ ਹੈ, ਧੀਆਂ ਪੁੱਤਾਂ ਨਾਲੋਂ 100 ਗੁਣਾ ਵੱਧ ਕਰਦੀਆਂ। ਜਿਹੜਾ ਦਰਦ ਹੈ, ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ, ਉਹ ਕਿਤੇ ਆਉਣ ਵਾਲੀਆਂ ਜਿਹੜੀਆਂ ਧੀਆਂ ਦੀ ਪੈਦਾਇਸ਼ ਦੇ ਉੱਪਰ ਰੋਕ ਨਹੀਂ ਲਾ ਦਿੰਦੀਆਂ। ਬਹੁਤ ਵੱਡਾ ਫਰਕ ਪੈ ਰਿਹਾ ਇਸ ਗੱਲ ਦਾ ਜੀ। ਜਿਹੜੇ ਅੱਜ ਟੈਸਟ ਚੱਲ ਪਏ, ਜਿਹੜੇ ਅਲਟਰਾਸਾਊਂਡ ਹੋਣ ਲੱਗੇ, ਜਿਹੜੇ ਆਪਾਂ ਟੈਸਟਾਂ ਦੇ ਉੱਤੇ ਰੋਕਾਂ ਲਾਈ ਜਾਂਦੀਆਂ ਸਰਕਾਰਾਂ, ਇਹ ਉਹਨਾਂ 'ਚ ਰੋਕ ਨਹੀਂ ਲੱਗਣੀ। ਇਹ ਚਾਹੇ ਅੰਡਰਗਰਾਊਂਡ ਕਰੀ ਜਾਣ, ਰੇਟ ਵਧੀ ਜਾਣੇ ਉਹਨਾਂ ਚੀਜ਼ਾਂ ਦੇ, ਉਹ ਟੈਸਟ ਬਿਲਕੁਲ ਹੋ ਰਿਹਾ, ਮਾਰਕੀਟਾਂ ਦੇ ਵਿੱਚ ਸਾਰਾ ਕੁਝ ਹੋ ਰਿਹਾ। ਉਹ ਜਿਹੜੀ ਉੱਥੇ ਸਖਤੀ ਕਰਨ ਦੀ ਬਜਾਏ ਇਹਨਾਂ ਦਰਿੰਦਿਆਂ ਦੇ ਸਖਤੀ ਹੋ ਗਈ। ਲੋਕਾਂ ਨੇ ਆਪਣੇ ਆਪ ਜਿਹੜਾ ਧੀਆਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਦਰਸ਼ਕੋ, ਅੱਜ ਅਕਾਲ ਚੈਨਲ ਵੱਲੋਂ ਉਹਨਾਂ 2 ਧੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਨਾਲ ਰੇਪ ਹੋਇਆ। ਰੇਪ ਤੋਂ ਬਾਅਦ ਉਹਨਾਂ ਧੀਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਜਾਣਾ ਪੈ ਗਿਆ। ਅਕਾਲ ਚੈਨਲ ਅਦਾਰਾ ਮਾਨਵਤਾ ਦੀ ਗੱਲ ਕਰਨ ਵਾਲਾ ਅਦਾਰਾ, ਅਕਾਲ ਚੈਨਲ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਾ ਉਹਨਾਂ ਦੋਨਾਂ ਧੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਔਰ ਉਸ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਓ, ਅਤੇ ਨਾਲ ਹੀ ਸਰਕਾਰਾਂ ਦੇ ਕੋਲੋਂ ਮੰਗ ਕਰਦਾ ਹੈ ਵੀ ਇਹੋ ਜਿਹਾ ਕੋਈ ਸਖਤ ਕਾਨੂੰਨ ਜਲਦੀ ਤੋਂ ਜਲਦੀ ਲਿਆਂਦਾ ਜਾਵੇ ਤਾਂ ਕਿ ਰੇਪ ਵਰਗੀਆਂ, ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।